पर साडे यूथ नूं साडे सारे नूं हुण तक पता लग गया किन्ने महीने हो गए हर एक बंदा अपनी जिम्मेवारी समझ के बिल्कुल शांति नाल अंदर वड़ांगे। जे साडे नाल गौरमेंट कोई काम करूगी उल्टा तां असीं उल्टा करेंगे, नहीं करते। जे अग्गों को सानूं डक्कणगे या करनगे तां असीं गलत, नहीं तो साडे यूथ बिल्कुल जम गया। हुण तक साडा संघर्ष बिल्कुल सही चल रहा, किसी भी बंदे ने एक पत्ता नहीं तोड़िया। ਅੰਦੋਲਨ ਬਣਦਾ ਹੈ ਤੇ ਉਹ ਬਹੁਤ ਸਾਰੀਆਂ ਮਾੜੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਨਾਲ ਬਹਾ ਕੇ ਲੈ ਜਾਂਦਾ ਤੇ ਇਹ ਲੋਕ ਨੇ ਹੁਣ ਮਾੜੇ ਜਾਂ ਇਹਨਾਂ ਦੀ ਸੋਚ ਮਾੜੀ ਜਿਨ੍ਹਾਂ ਨਾਲ ਜਿਸ ਸੋਚ ਨਾਲ ਇਹਨਾਂ ਨੇ ਕਾਨੂੰਨਾਂ ਨੂੰ ਬਣਾਇਆ ਤੇ ਇਹਨਾਂ ਨੂੰ ਹੁਣ ਆਪਣੇ ਵਹਿ ਜਾਣ ਦਾ ਡਰ ਲੱਗ ਰੱਖਿਆ। ਬਿਲਕੁਲ ਸ਼ਾਂਤੀ ਨਾਲ ਕਰਾਂਗੇ ਪਰੇਡ, ਅਸੀਂ ਅੰਦਰ ਜਾਵਾਂਗੇ ਪਰ ਸ਼ਾਂਤੀ ਨਾਲ ਜਾਵਾਂਗੇ। ਜੋ ਸਾਨੂੰ ਆਗੂ ਕਹਿਣਗੇ ਉਹਦੇ ਮੁਤਾਬਕ ਅਸੀਂ ਚੱਲਾਂਗੇ। जेल हो रखी है, पर्चे हो रखे हैं, फिर भी ये नेता बन रखे हैं। ठीक है, हमारे लोगों ने बना दिए हैं, कोई बात नहीं, ये सुधर जाएंगे, सुधरने का मौका दो। ये नहीं सुधरते। अब तो मैं यही अपील करता हूँ भारतवासियों से कि आप चाहे किसी खेत में काम करने वाले मजदूर को प्रधानमंत्री बना दो। सत श्री अकाल दोस्तों, तुसी देख रहे हो NKN TV अज पहुंचा वा शिंभू बार्डर ते शिंभू बार्डर तो तुहानूं लाइव तस्वीरां जिहड़ियां हैगियां ने वो दिखाने आ। बिल्कुल लाइव तस्वीरां तुसी देख सकते हो कि जिहड़ी गोदी मीडिया का जिहड़ा सवाल हैगा सी वो किते ना किते काफ़ी किसानां दे विच तुसी देख पा रहे हो। लाइव तस्वीरां जिहड़ियां हैगियां ने वो तुहानूं दिखाण जा रहे हैं कि किस तरह ये सारा हैगा, किस तरह ये किसान वीर जिहड़े हैगे ने अपने घरां चों निकल के इन्नी ठंड दे जिहड़े बावजूद हैगे ने अपने ठंड दे बावजूद घरां चों निकल के आए ने। तस्वीरां 'ਚ ਤੁਸੀਂ ਬਿਲਕੁਲ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿੰਨੀ ਭਾਰੀ ਤਾਦਾਦ 'ਤੇ ਜਿਹੜੇ ਹੈਗੇ ਨੇ ਉਹ ਲੋਕ ਨਿਕਲ ਕੇ ਆਏ ਹੋਏ ਨੇ। ਸਾਡੇ ਨਾਲ ਕੁਝ ਕਿਸਾਨ ਵੀਰ ਵੀ ਹੈਗੇ ਨੇ, ਕਿਸਾਨ ਵੀਰਾਂ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਕਿਸਾਨ ਵੀਰ ਮੌਜੂਦ ਹੈਗੇ ਨੇ, ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਵੀ। ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਤਸਵੀਰਾਂ ਦੇ ਵਿੱਚ ਬਿਲਕੁਲ ਤੁਹਾਨੂੰ ਨਜ਼ਰ ਆਉਂਦਾ ਹੋਏਗਾ ਕਿ ਕਿਸ ਤਰ੍ਹਾਂ ਇੱਕ ਵੀਰ ਜਿਹੜੇ ਹੈਗੇ ਨੇ ਇੱਕ ਟਰਾਲੀ ਜਿਹੜੀ ਹੈਗੀ ਆ ਟਰਾਲੀ ਦੇ ਰੂਪ 'ਚ ਇੱਕ ਘਰ ਬਣਾ ਕੇ ਬੈਠੇ ਹੋਏ ਨੇ। ਇੱਥੋਂ ਤੱਕ ਕਿ ਜਿਹੜੇ ਇਹਨਾਂ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਪੂਰਾ VIP ਜਿਸ ਤਰ੍ਹਾਂ रूम ਹੁੰਦਾ ਵਾ ਬਿਲਕੁਲ VIP रूम ਤਰ੍ਹਾਂ ਜਿਹੜੀ ਟਰਾਲੀ ਆ ਉਹ ਤਿਆਰ ਕੀਤੀ ਗਈ ਹੈ। ਇਹ ਕਿਸਾਨ ਵੀਰ ਹੈਗੇ ਨੇ। ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ ਕਿਸਾਨ ਵੀਰ ਹੁੰਦੇ ਨੇ ਬਿਲਕੁਲ ਜਿਹੜੇ ਇਹਨਾਂ ਦੇ ਹੱਕ ਹੈਗੇ ਸੀ 3 ਕਾਨੂੰਨਾਂ ਦੇ ਨਾਮ ਤੇ ਜਿਹੜੇ 3 ਕਾਨੂੰਨ ਇਹਨਾਂ ਤੇ ਲਗਾਏ ਗਏ ਸੀ ਉਸੇ ਨੂੰ ਲੈ ਕੇ ਜਿਹੜਾ ਹੈਗਾ ਕਿਸਾਨਾਂ ਦੇ ਵਿੱਚ ਕਾਫੀ ਰੋਸ਼ ਹੈਗਾ ਸੀ। ਗੱਲਬਾਤ ਕਰਦੇ ਹਾਂ ਸਾਡੇ ਨਾਲ ਕਿਸਾਨ ਵੀਰ ਹੈਗੇ ਨੇ ਕਿ ਪਹਿਲਾਂ ਤੇ ਕਿੱਥੋਂ ਦੇ ਰਹਿਣ ਵਾਲੇ, ਕੀ ਨਾਮ ਕੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜ਼ਿਲ੍ਹਾ ਮੋਹਾਲੀ ਪਿੰਡ ਮੋਟੇ ਮਾਜਰਾ ਜੀ। ਉੱਥੋਂ ਮੈਂ 5 ਤਰੀਕ ਦੇ ਇੱਥੇ ਆਇਆ, 5 ਦਸੰਬਰ ਦਾ ਟਰੈਕਟਰ ਲੈ ਕੇ ਟਰਾਲੀ ਲੈ ਕੇ ਮੇਰੀ ਟਰਾਲੀ ਟਰੈਕਟਰ ਖੜਿਆ ਇੰਡੀਅਨ ਪੰਪ ਥੱਲੇ, ਉੱਥੇ ਲੰਗਰ ਵੀ ਚੱਲ ਰਿਹਾ ਸਾਡਾ। ਅਤੇ ਮੈਂ ਦੱਸਣਾ ਚਾਹੁੰਦਾ ਮੈਂ ਆਰਮੀ 'ਚ ਰਿਟਾਇਰ ਹੈ। 26 ਜਨਵਰੀ ਆਉਣ ਵਾਲੀ 26 ਜਨਵਰੀ ਵੱਲੋਂ ਕਿਸਾਨਾਂ ਦੀ ਕਾਲ ਦਿੱਤੀ ਗਈ ਹੈ ਕਿ ਜਿਹੜੇ ਸ਼ਾਂਤੀਪੂਰੀ ਢੰਗ ਨਾਲ ਅਸੀਂ ਜਿਹੜੀ ਪਰੇਡ 'ਚ ਉਹ ਪਹੁੰਚਾਂਗੇ। ਕਿਸ ਤਰ੍ਹਾਂ ਸਮਝਦੇ? ਬਿਲਕੁਲ ਜੀ, ਹਾਂ ਬਿਲਕੁਲ ਸ਼ਾਂਤੀ ਨਾਲ ਕਰਾਂਗੇ ਪਰੇਡ। ਅਸੀਂ ਅੰਦਰ ਜਾਵਾਂਗੇ ਪਰ ਸ਼ਾਂਤੀ ਨਾਲ ਜਾਵਾਂਗੇ। ਜੋ ਸਾਨੂੰ ਆਗੂ ਕਹਿਣਗੇ ਉਹਦੇ ਮੁਤਾਬਕ ਅਸੀਂ ਚੱਲਾਂਗੇ। ਪਰ ਜਿਹੜਾ ਇੱਥੇ ਮਾਹੌਲ ਬਣ ਚੁੱਕਾ ਹੈ ਇਸ ਟਾਈਮ ਕਿ ਲੱਖਾਂ ਦੀ ਤਾਦਾਦ 'ਤੇ ਜਿਹੜੀ ਦੁਨੀਆ ਵਾ ਉਹ ਪਹੁੰਚ ਰਹੀ ਹੈ ਅੰਦੋਲਨ ਦੇ ਵਿੱਚ। ਇੱਕ ਅੰਦੋਲਨ ਨੇ ਇਹਨੂੰ ਆਪਾਂ ਕਾਫੀ ਵੱਡਾ ਅੰਦੋਲਨ ਜਿਹੜਾ ਉਹ ਬਣ ਚੁੱਕਾ। ਮੇਰੇ ਖਿਆਲ ਨਾਲ ਦੇਸ਼ ਦਾ ਸਭ ਤੋਂ ਵੱਡਾ ਜਿਹੜਾ ਅੰਦੋਲਨ ਹੋਏਗਾ ਉਹ ਇਸ ਵਾਰੀ ਇਹਨੂੰ ਆਪਾਂ ਕਹਿ ਸਕਦੇ ਹਾਂ। ਕਿਸ ਤਰ੍ਹਾਂ ਸਮਝਦੇ ਹੋ? ਪਰ ਸਾਡੇ ਯੂਥ ਨੂੰ ਸਾਡੇ ਸਾਰੇ ਨੂੰ ਹੁਣ ਤੱਕ ਪਤਾ ਲੱਗ ਗਿਆ ਕਿੰਨੇ ਮਹੀਨੇ ਹੋ ਗਏ ਹਰ ਇੱਕ ਬੰਦਾ ਆਪਣੀ ਜ਼ਿੰਮੇਵਾਰੀ ਸਮਝ ਕੇ ਬਿਲਕੁਲ ਸ਼ਾਂਤੀ ਨਾਲ ਅੰਦਰ ਵੜਾਂਗੇ। ਜੇ ਸਾਡੇ ਨਾਲ ਗੌਰਮੈਂਟ ਕੋਈ ਕੰਮ ਕਰੂਗੀ ਉਲਟਾ ਤਾਂ ਅਸੀਂ ਉਲਟਾ ਕਰਾਂਗੇ, ਨਹੀਂ ਕਰਦੇ। ਜੇ ਅੱਗੋਂ ਕੋਈ ਸਾਨੂੰ ਡੱਕਣਗੇ ਜਾਂ ਕਰਨਗੇ ਤਾਂ ਅਸੀਂ ਗਲਤ, ਨਹੀਂ ਤਾਂ ਸਾਡੇ ਯੂਥ ਬਿਲਕੁਲ ਜਮ ਗਿਆ। ਹੁਣ ਤੱਕ ਸਾਡਾ ਸੰਘਰਸ਼ ਬਿਲਕੁਲ ਸਹੀ ਚੱਲ ਰਿਹਾ, ਕਿਸੇ ਵੀ ਬੰਦੇ ਨੇ ਇੱਕ ਪੱਤਾ ਨਹੀਂ ਤੋੜਿਆ। ਸੋ ਸਾਡੇ ਨਾਲ ਹੋਰ ਕਿਸਾਨ ਵੀਰ ਵੀ ਹੈਗੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਕੀ ਨਾਮ ਕੀ ਹੈ ਜੀ, ਕਿੱਥੋਂ ਦੇ ਰਹਿਣ ਵਾਲੇ ਹੋ? ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ। ਗੁਰਪ੍ਰੀਤ ਸਿੰਘ ਜੀ, ਜੇ ਆਪਾਂ ਗੱਲ ਕਰਾਂਗੇ ਕਿ ਇਹ ਜਿਹੜਾ ਕਿਸਾਨ ਅੰਦੋਲਨ ਜਿਹੜਾ ਹੈਗਾ ਕਿ ਲੱਖਾਂ ਦੀ ਤਾਦਾਦ 'ਚ ਪਹੁੰਚ ਚੁੱਕਾ ਹੈ ਇਸ ਟਾਈਮ, ਪਰ ਜਿਹੜੇ ਸਰਕਾਰਾਂ ਨੇ ਉਹ ਕਹਿ ਰਹੇ ਨੇ ਕਿ ਇਹ ਨਕਲੀ ਜਿਹੜੇ ਕਿਸਾਨ ਨੇ ਉਹ ਬੈਠੇ ਹੋਏ ਨੇ। ਹਾਂ ਦੇਖਿਓ ਜੀ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਜਿਹੜਾ ਬੰਦਾ ਮੋਢੀ ਹੁਣ ਜਿਹੜੇ ਬਾਦਸ਼ਾਹ ਬਣੇ ਬੈਠੇ ਨੇ ਉਹਨਾਂ ਨੇ ਤਾਂ ਬਹੁਤ ਕੁਝ ਕਹਿਣਾ ਹੈ, ਉਹਨਾਂ ਦਾ ਕੰਮ ਹੈ। ਉਹ ਜੇ ਕਹਿਣਗੇ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਸਾਡੇ ਨਾਲ ਕੁਛ ਨਾ ਕੁਛ ਲੋਕ ਆਉਣਗੇ ਜਿਹੜੇ ਸੰਘਰਸ਼ ਨੂੰ ਫਿਰ ਖੇਰੂ ਕਰਨਗੇ। ਉਹ ਆਪਣੇ ਹੱਕ 'ਚ ਇਹਨਾਂ ਲੋਕਾਂ ਨੂੰ ਲੈਣ ਲਈ ਜਾਂ ਇਸ ਤਰ੍ਹਾਂ ਦੇ ਅਨਸਰਾਂ ਨੂੰ ਲੈਣ ਲਈ ਫਿਰ ਦੇਸ਼ ਦਾ ਇਸ ਤਰ੍ਹਾਂ ਦਾ ਮਾਹੌਲ ਬਣਾਉਂਦੇ ਨੇ ਕਿ ਇਹ ਦੇਸ਼ ਦੇ ਖਿਲਾਫ ਹੈ ਜੋ ਧਰਨਾ ਹੈ ਜਾਂ ਇਹ ਕਿਸਾਨ ਨੇ ਨਕਲੀ ਨੇ। ਇਸ ਕਰਕੇ ਉਹ ਅਫਵਾਹ ਫੈਲਾਉਂਦੇ ਨੇ ਕਿਉਂਕਿ ਇਹ ਇਹਨਾਂ ਦਾ ਇੱਕ ਟੈਕਟ ਹੁੰਦਾ ਹੈ ਨਾ। ਜੋ ਬੰਦਾ ਰਾਜ ਚਲਾਉਂਦਾ ਉਹਦੇ ਕੋਲ ਅਲੱਗ ਤਰ੍ਹਾਂ ਦੇ ਮਤਲਬ ਕਿ ਹਥਕੰਡੇ ਹੁੰਦੇ ਨੇ, ਇਹ ਹਥਕੰਡੇ ਅਪਣਾਉਂਦੇ ਨੇ। ਪਰ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਬੱਚਾ ਜਾਗਿਆ ਹੋਇਆ, ਬੱਚੇ ਨੂੰ ਤੇ ਬਜ਼ੁਰਗ ਨੂੰ ਸਭ ਨੂੰ ਪਤਾ ਹੈ। ਇੱਥੇ ਔਰਤਾਂ ਨੂੰ ਭੈਣਾਂ ਫਿਰਦੀਆਂ,
ਭਾਈ ਫਿਰਦੇ ਆ, ਸਭ ਨੂੰ ਪਤਾ ਹੈ ਕਿ ਇਹ ਕਾਨੂੰਨਾਂ ਦਾ ਕੀ ਅਸਰ ਹੋਣਾ ਦੇਸ਼ ਦੇ ਉੱਪਰ। ਪਰ ਜਦੋਂ ਕਾਨੂੰਨ ਗਲਤ ਹੋ ਜਾਂਦੇ ਨੇ, ਲੋਕਾਂ ਨੂੰ ਘਰੋਂ ਨਿਕਲਣਾ ਪੈ ਜਾਂਦਾ ਏ, ਉਦੋਂ ਇੱਕ ਅੰਦੋਲਨ, ਜਿਹਨੂੰ ਆਪਾਂ ਹੁਣ ਕਹਿ ਦਿੰਦੇ ਆ ਅੰਦੋਲਨ ਬਣਦਾ ਹੈ ਤੇ ਉਹ ਬਹੁਤ ਸਾਰੀਆਂ ਮਾੜੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਨਾਲ ਬਹਾ ਕੇ ਲੈ ਜਾਂਦਾ। ਤੇ ਇਹ ਲੋਕ ਨੇ ਹੁਣ ਮਾੜੇ, ਜਾਂ ਇਹਨਾਂ ਦੀ ਸੋਚ ਮਾੜੀ, ਜਿਨ੍ਹਾਂ ਨਾਲ ਜਿਸ ਸੋਚ ਨਾਲ ਇਹਨਾਂ ਨੇ ਕਾਨੂੰਨਾਂ ਨੂੰ ਬਣਾਇਆ, ਤੇ ਇਹਨਾਂ ਨੂੰ ਹੁਣ ਆਪਣੇ ਵਹਿ ਜਾਣ ਦਾ ਡਰ ਲੱਗ ਰੱਖਿਆ ਕਿ ਇਸ ਵਹਾਓ ਦੇ ਵਿੱਚ ਕਿਤੇ ਸਾਡੀ ਪਾਰਟੀ ਜਾਂ ਸਾਡਾ ਜੋ ਇੱਕ ਪੂੰਜੀਪਤੀਆਂ ਨਾਲ ਬ੍ਰਦਰਹੁੱਡ ਬਣਿਆ ਹੋਇਆ ਕਿਤੇ ਉਹ ਨਾ ਖਤਮ ਹੋ ਜੇ, ਹੈ ਨਾ। ਇਸ ਚੀਜ਼ ਤੋਂ ਇਹ ਡਰਦੇ ਨੇ, ਘਬਰਾਏ ਹੋਏ ਨੇ, ਤੇ ਹੁਣ ਆਪਣੀ ਜੇ ਗਲਤੀ ਮੰਨਦੇ ਨੇ ਤਾਂ ਵੀ ਇਹਨਾਂ ਨੂੰ ਐਂ ਡਰ ਲੱਗਦਾ ਕਿ ਜਿਹੜੇ ਸਾਡੇ ਨਾਲ ਉੱਪਰ ਸਰਪ੍ਰਸਤ ਬੈਠੇ ਨੇ ਸਾਨੂੰ ਪੂੰਜੀ ਨਾਲ ਸਪੋਰਟ ਕਰਨ ਲਈ, ਕੱਲ੍ਹ ਨੂੰ ਅਸੀਂ ਫੇਰ ਖੜਨਾ ਹੈ ਨਾ, ਵੋਟਾਂ ਲੈਣੀਆਂ ਨੇ ਤੇ ਉਹਦੇ ਲਈ ਵੀ ਪੈਸਾ ਚਾਹੀਦਾ ਹੁੰਦਾ ਤੇ ਉਹ ਖਰਚਾ ਜਿਹੜਾ ਪਾਰਟੀਆਂ ਨੇ ਕਰਨਾ ਹੁੰਦਾ, ਤੇ ਉਹ ਚੀਜ਼ਾਂ ਇੱਕ ਗੱਲ ਤਾਂ ਲੱਗਦੀ ਹੈ, ਕਲੀਅਰ ਹੁੰਦੀ ਹੈ ਕਿ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਇਹ ਮਾਨੀ ਦਬਾਨੀ ਦੀਆਂ ਹੀ ਲੱਗਦੀਆਂ ਕਿ ਉਹਨਾਂ ਦੀਆਂ ਹੀ ਹੈਗੀਆਂ। ਦੇਖੋ ਜੀ, ਮੈਂ ਪੈਸਾ ਦੇਵਾਂਗਾ, ਮੈਂ ਇੱਕ ਚੀਜ਼ ਨੂੰ ਇੱਕ ਅਦਾਰੇ ਨੂੰ ਪੈਸਾ ਦੇ ਦਿਆਂ ਤਾਂ ਉਹ ਅਦਾਰਾ ਮੇਰੇ ਹੀ ਹੋ ਜਾਏਗਾ। ਇਸ ਕਰਕੇ ਜਿਹੜਾ ਪੈਸਾ ਦਿੰਦਾ, ਆਪਾਂ ਕਹਿ ਸਕਦੇ ਹਾਂ ਵੀ ਉਹਦੀ ਹੀ ਸਰਕਾਰ ਹੁੰਦੀ ਆ, ਹੈ ਨਾ। ਜਿਹੜਾ ਪੈਸਾ ਦਿੰਦਾ, ਫੰਡਿੰਗ ਕਰਦਾ ਆਪਣੇ ਦੇਸ਼ ਨੂੰ, ਵੋਟਾਂ ਨੂੰ, ਦੇਸ਼ ਦੀਆਂ ਵੋਟਾਂ ਲੈਣ ਲਈ ਫੰਡਿੰਗ ਕਰਦੇ ਨੇ। ਆਪਾਂ ਇਹ ਨਹੀਂ ਕਹਿੰਦੇ ਵੀ ਅਦਾਨੀ ਅਬਾਨੀ ਦਿੰਦਾ, ਕੋਈ ਵੀ ਦੇ ਸਕਦਾ, ਜਿਹਦੇ ਕੋਲ ਹੈ ਕੋਈ ਤਾਂ ਦਿੰਦਾ ਹੀ ਆ। ਇਸ ਲਈ ਤਾਂ ਇਹਨਾਂ ਨੇ ਐਡਾ ਕਹਿੰਦੇ ਨਹੀਂ ਧੌਣ ਦੇ ਵਿੱਚ ਕੀਲਾ ਅੜਾ ਕੇ ਖੜੇ ਨੇ ਵੀ ਹੁਣ ਨਹੀਂ ਅਸੀਂ ਐਂ ਕਰਦੇ, ਹੁਣ ਨਹੀਂ ਅਸੀਂ ਵਾਪਸ ਲੈ ਸਕਦੇ, ਤੁਸੀਂ ਸ਼ੋਧ ਕਰਾ ਲਓ ਪਰ ਵਾਪਸ ਨਹੀਂ ਹੋਣਗੇ। ਕਿਉਂ ਬਈ? ਇਹਦੇ ਪਿੱਛੇ ਕੌਣ ਹੈ? ਤੁਸੀਂ ਬਣਾਉਣ ਲੱਗਿਆ ਰਾਤੋਂ ਰਾਤ ਲਿਆ, ਤੇ ਬਣਾਉਣ ਲੱਗਿਆ ਕੋਈ ਕਿਸਾਨਾਂ ਨਾਲ ਮੀਟਿੰਗ ਨਹੀਂ, ਬਣਾਉਣ ਲੱਗਿਆ ਕੋਈ ਮੀਟਿੰਗ ਨਹੀਂ, ਕੋਈ ਰੌਲਾ ਨਹੀਂ, ਬਣਾ ਕੇ ਪੇਸ਼ ਕਰਤੇ। ਪਰ ਉਹ ਤਾਂ ਕਹਿੰਦੇ ਨੇ ਕਿ ਹਾਲੀਆਂ ਹੁਣ ਤੱਕ ਜਿਹੜੀਆਂ 15 ਜਿਹੜੀਆਂ 14 ਮੀਟਿੰਗਾਂ ਹੋ ਚੁੱਕੀਆਂ ਨੇ, ਕੀ ਸਮਝਦੇ ਹੋ ਇਹਨੂੰ ਕਿ ਜਿਹੜਾ ਕਿਸਾਨ ਆ ਹੱਲ ਕਿਉਂ ਨਹੀਂ ਨਿਕਲਦਾ? ਦੇਖੋ ਜੀ, ਕਿਸਾਨਾਂ ਦਾ ਹੱਲ ਕਿਉਂ ਨਹੀਂ ਨਿਕਲਦਾ? ਬੜੀ ਸਿਆਣੀ ਸਰਕਾਰ ਹੈ, ਸਾਨੂੰ ਪੁੱਛਦੀ ਹੈ ਵੀ ਕਿਸਾਨੋ ਤੁਸੀਂ ਮੰਨ ਕਿਉਂ ਨਹੀਂ ਰਹੇ। ਅਸੀਂ ਪੁੱਛਦੇ ਹਾਂ ਵੀ ਸਰਕਾਰੇ ਤੂੰ ਮੰਨ ਕਿਉਂ ਨਹੀਂ ਰਹੀ? ਤੂੰ ਮੰਨ ਤਾਂ ਸਹੀ ਸਾਡੀਆਂ ਗੱਲਾਂ। ਬਣਾਉਣ ਤੋਂ ਪਹਿਲਾਂ ਦੇਖੋ, ਕਾਨੂੰਨ ਆਉਣ ਤੋਂ ਪਹਿਲਾਂ ਦੇਸ਼ ਚੱਲ ਰਿਹਾ ਸੀ, ਹੈ ਨਾ ਜੀ। ਕਾਨੂੰਨ ਆਇਆ ਔਰ ਦੇਸ਼ ਰੁਕ ਗਿਆ। ਦੇਸ਼ ਚੱਲਿਆ? ਬਿਲਕੁਲ ਵੀ ਨਹੀਂ ਚੱਲਿਆ। ਤੇ ਜੇ ਕਾਨੂੰਨ ਹਟਾ ਦੋਗੇ ਦੇਸ਼ ਚੱਲ ਪਏਗਾ, ਉਸੇ ਰਸਤੇ ਆ ਜਾਏਗਾ। ਤੁਸੀਂ ਦੇਸ਼ ਦੀ ਤਰੱਕੀ ਨੂੰ ਰੋਕ ਦਿੱਤਾ, ਤੁਸੀਂ ਦੇਸ਼ ਦੀ ਚਾਲ ਨੂੰ ਰੋਕ ਦਿੱਤਾ। ਤੁਸੀਂ ਇੰਨੇ ਨੌਜਵਾਨ, ਇੱਕ ਨੌਜਵਾਨ ਦਾ ਤੁਸੀਂ ਇਹ ਲਾ ਲਓ ਵੀ ਉਹ ਇੱਕ ਦਿਹਾੜੀ ਦੇ ਵਿੱਚ ਕਿੰਨਾ ਕਮਾਉਂਦਾ ਹੋਵੇਗਾ। ਆਖਰ ਨੂੰ ਕੋਈ ਨਾ ਕੋਈ ਕੰਮ ਤਾਂ ਕਰਦਾ ਹੀ ਹੋਵੇਗਾ। ਉਹਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਦੇ ਪਰਿਵਾਰ ਨੂੰ, ਇਸ ਦੇਸ਼ ਨੂੰ ਕੋਈ ਤਾਂ ਯੋਗਦਾਨ ਹੋਏਗਾ। ਤੇ ਇੰਨੇ ਨੌਜਵਾਨਾਂ ਨੂੰ ਵਿਹਲੇ ਕਰਕੇ ਜਾਂ ਇੰਨੇ ਲੋਕਾਂ ਨੂੰ ਵਿਹਲੇ ਕਰਕੇ ਤੁਸੀਂ ਇੱਕ ਸੜਕ 'ਤੇ ਬਿਠਾ ਦਿੱਤਾ ਏ, ਤਾਂ ਉਹਦੇ ਦੇਸ਼ ਦੀ ਤਰੱਕੀ ਦੇ ਵਿੱਚ ਕੋਈ, ਤੁਹਾਨੂੰ ਨਹੀਂ ਲੱਗਦਾ ਵੀ ਕੋਈ ਚੱਕਾ ਜਾਮ ਹੋਇਆ ਹੋਊਗਾ? ਦੇਸ਼ ਦਾ ਤਰੱਕੀ ਦਾ ਰਾਹ ਥੋੜ੍ਹਾ ਦੂਰ ਹੋ ਗਿਆ, ਹੁਣ ਦੇਸ਼ 'ਚ ਪਟੜੀ ਤੋਂ ਉਤਰ ਗਿਆ ਤਰੱਕੀ ਦੀ ਤੋਂ। ਕਿਹਦੇ ਕਰਕੇ? ਇਹਨਾਂ ਕਾਨੂੰਨਾਂ ਕਰਕੇ। ਤੁਸੀਂ ਇਹਨਾਂ ਕਾਨੂੰਨਾਂ ਨੂੰ ਵਾਪਸ ਲਓ ਤੇ ਦੇਸ਼ ਨੂੰ ਅੱਗੇ ਵਧਣ ਦਿਓ। ਇਹ ਚਾਹੁੰਦੇ ਹੀ ਨਹੀਂ ਵੀ ਦੇਸ਼ ਅੱਗੇ ਵਧੇ, ਇਹ ਚਾਹੁੰਦੇ ਨੇ ਵੀ ਦੇਸ਼ ਪਿੱਛੇ ਜਾਵੇ। ਬਾਅਦ ਵਿੱਚ ਅਸੀਂ ਪੂੰਜੀਪਤੀ ਨੂੰ ਕਹੀਏ ਵੀ ਤੁਸੀਂ ਅੱਗੇ ਆਓ, ਦੇਸ਼ ਨੂੰ ਚਲਾਉਣ ਲਈ ਸਾਨੂੰ ਪੈਸਾ ਦੇ ਦਿਓ। ਇਹੀ ਹੋਏਗਾ। ਇਹ ਤਾਂ ਦੇਸ਼ ਨੂੰ ਗਰੀਬ ਕਰਕੇ ਵੇਚਣਾ ਚਾਹੁੰਦੇ ਨੇ। ਏਅਰਪੋਰਟ ਵਿਕ ਗਏ, ਰੇਲਵੇ ਵਿਕ ਗਈ, ਬਾਕੀ ਅਦਾਰੇ ਪ੍ਰਾਈਵੇਟ ਹੋ ਚੁੱਕੇ ਨੇ। ਪਾਸਪੋਰਟ ਸੇਵਾ, ਹੋਰ ਸਾਰੀਆਂ ਸੇਵਾਵਾਂ ਪ੍ਰਾਈਵੇਟ ਅਦਾਰੇ ਚਲਾ ਰਹੇ ਨੇ, ਮੇਨਟੇਨ ਕਰ ਰਹੇ ਨੇ। ਟੀਚਰ ਪ੍ਰਾਈਵੇਟ ਰੱਖੇ ਜਾ ਰਹੇ ਨੇ। ਹਰ ਇੱਕ ਚੀਜ਼ ਨੂੰ ਪ੍ਰਾਈਵੇਟ ਕਰ ਦੋਗੇ। ਸਾਰਾ ਦੇਸ਼ ਜਦੋਂ ਪ੍ਰਾਈਵੇਟ ਹੋ ਜਾਏਗਾ ਤਾਂ ਪੂੰਜੀਪਤੀ ਹੀ ਸਾਂਭਣਗੇ। ਜਿਹਦੇ ਕੋਲ ਜ਼ਿਆਦਾ ਪੈਸਾ ਉਹਦਾ ਦੇਸ਼ ਹੈ ਕਿ ਨਹੀਂ? ਸਰਕਾਰ ਕੋਲ ਆਪਣਾ ਅਦਾਰਾ ਹੀ ਨਹੀਂ ਰਹਿ ਗਿਆ, ਸਰਕਾਰ ਕਿੱਥੇ ਰਹਿ ਜਾਏਗੀ ਫਿਰ? ਜਦੋਂ ਸਰਕਾਰੀ ਕੋਈ ਹੋਏਗਾ ਹੀ ਨਹੀਂ, ਸਰਕਾਰੀ ਬਿਲਡਿੰਗ ਨਹੀਂ ਹੋਏਗੀ, ਸਰਕਾਰੀ ਅਦਾਰਾ ਨਹੀਂ ਹੋਏਗਾ, ਸਰਕਾਰ ਦੇ ਹੱਥ 'ਚ ਕੋਈ ਆਪਣਾ ਪਾਵਰ ਹੀ ਨਹੀਂ ਹੋਏਗੀ। ਦੇਸ਼ ਦੇ ਜਿਹੜੇ ਸੰਸਾਧਨ ਨੇ ਉਹਨਾਂ ਨੂੰ ਵਰਤਣ ਦੀ, ਉਹਨਾਂ ਨੂੰ ਰੋਕਣ ਦੀ, ਉਹਨਾਂ ਨੂੰ ਚਲਾਉਣ ਦੀ ਪੂੰਜੀਪਤੀ ਤਾਂ ਕੱਲ੍ਹ ਨੂੰ ਕਹਿ ਦੇਣਗੇ। ਪੰਜਾਬ ਦੀਆਂ ਸਰਕਾਰਾਂ ਨੇ ਵੀ ਕੋਈ ਕਮੀ ਨਹੀਂ ਨਾ ਛੱਡੀ। ਦੇਖੋ ਜੀ, ਸਰਕਾਰ, ਮੈਂ ਇਹ ਨਹੀਂ ਕਹਿੰਦਾ ਵੀ ਸਰਕਾਰ ਹਮੇਸ਼ਾ ਹੀ ਮਾੜੀ ਹੁੰਦੀ ਆ, ਪਰ ਸਰਕਾਰ ਮਾੜੀ ਹੋ ਜਾਂਦੀ ਹੈ ਜਦੋਂ ਉਹ ਆਪਣੇ ਪੈਸੇ ਦੇ ਜ਼ੋਰ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਸਫਲ ਹੋ ਜਾਵੇ। ਜਦੋਂ ਲੋਕਾਂ ਨੂੰ ਮੀਡੀਆ ਰਾਹੀਂ, ਕਿਸੇ ਚੀਜ਼ ਰਾਹੀਂ ਗੁੰਮਰਾਹ ਕਰ ਦਿੱਤਾ ਜਾਵੇ ਤਾਂ ਸਰਕਾਰ ਮਾੜੀ ਹੀ ਹੋ ਜਾਂਦੀ ਹੈ, ਕਿਉਂਕਿ ਉਹਨੂੰ ਪਤਾ ਵੀ ਲੋਕ ਗੁੰਮਰਾਹ ਹੋ ਚੁੱਕੇ ਨੇ। ਹੁਣ ਮੈਂ ਆਪਣਾ ਜੋ ਕਿਉਂਕਿ ਸਰਕਾਰ ਦੇ ਵਿੱਚ ਬੰਦੇ ਹੀ ਹੁੰਦੇ ਨੇ, ਇਨਸਾਨ ਹੀ ਹੁੰਦੇ ਨੇ। ਸਰਕਾਰ ਕੋਈ ਰੱਬ ਤਾਂ ਹੁੰਦਾ ਨਹੀਂ, ਹੈ ਨਾ। ਉਹ ਇੱਕ ਇਨਸਾਨਾਂ ਦੀ ਬਣੀ ਹੁੰਦੀ ਆ। ਹੁਣ ਮੇਰੇ ਵਰਗੇ ਇਨਸਾਨ ਦੇ ਵਿੱਚ ਲੱਖਾਂ ਔਗਣ ਹੋਣਗੇ ਤੇ ਉਹ ਉਦੋਂ ਸਾਹਮਣੇ ਆਉਣੇ ਆ ਜਦੋਂ ਲੋਕ ਉਹਦਾ ਵਿਰੋਧ ਕਰਨਾ ਛੱਡ ਦੇਣਗੇ, ਉਹਨਾਂ ਔਗਣਾਂ ਦਾ ਆਵਾਜ਼ ਚੁੱਕਣੀ ਬੰਦ ਕਰ ਦੇਣਗੇ। ਤੇ ਸਾਡੇ ਭੋਲੇ ਭਾਲੇ ਲੋਕਾਂ ਨੂੰ ਮੀਡੀਆ ਨੇ। ਲਾਸਟ ਸਵਾਲ ਇਹੀ ਹੈ ਮੀਡੀਆ ਤੇ ਤੁਹਾਡੀ, ਮੈਂ ਟਰਾਲੀ ਤੇ ਇੱਕ ਬੈਨਰ ਦੇਖਿਆ ਵਾ ਜਿਹੜਾ ਕਿ ਬਾਈਕਾਟ ਮੀਡੀਆ ਵੱਲੋਂ ਲੱਗਾ ਹੋਇਆ। ਕੀ ਕਾਰਨ, ਕੀ ਕਿਉਂ ਲਗਾਉਣਾ ਪੈਂਦਾ ਆਪਾਂ ਨੂੰ ਮੀਡੀਆ ਦਾ ਬਾਈਕਾਟ? ਬਾਈ ਜੀ, ਅੰਦੋਲਨ ਦੇ ਦੌਰਾਨ ਜਿੰਨੀਆਂ ਵੀ ਖਬਰਾਂ ਆਈਆਂ ਨੇ, ਜਿਹੜੇ ਮੀਡੀਆ ਦਾ ਪੋਸਟਰ ਲੱਗ ਰੱਖੇ ਨੇ, ਹੈ ਕਿ ਨਹੀਂ, ਤੇ ਇਹ ਗੋਦੀ ਮੀਡੀਆ ਨੇ, ਵਿਕੇ ਹੋਏ ਮੀਡੀਆ ਨੇ, ਵਿਕਾਊ ਮੀਡੀਆ ਨੇ, ਠੀਕ ਹੈ ਜੀ।
ਤੇ ਜਿਹੜੇ ਇਹ ਮੀਡੀਆ ਨੇ ਇਹਨਾਂ ਦਾ ਪ੍ਰਚਾਰ ਦਾ ਕੇ ਦੇਖੋ, ਇਹ ਸਾਨੂੰ ਇੱਥੇ ਬੈਠੇ ਨੂੰ ਖਾਲਿਸਤਾਨੀ, ਬੈਠੇ ਨੂੰ ਆਤੰਕਵਾਦੀ, ਘੁਸਪੈਠੀਏ, ਪਤਾ ਨਹੀਂ ਕੀ ਬੋਲ ਰਹੇ ਨੇ। ਠੀਕ ਹੈ ਜੀ, ਇਹਨਾਂ ਨੂੰ ਦੇਸ਼ ਦੀ ਕੋਈ ਫਿਕਰ ਨਹੀਂ, ਇਹਨਾਂ ਨੂੰ ਨਹੀਂ ਲੱਗਦਾ ਵੀ ਦੇਸ਼ ਰੁਕਿਆ ਹੋਇਆ। ਇਹਨਾਂ ਨੂੰ ਖੂਹ ਦੇ ਵਿੱਚ ਗਿਰਿਆ ਡੱਡੂ ਦਿਖ ਜਾਂਦਾ, ਸੱਪ ਦੀ ਫੜੀ ਹੋਈ मछली दिख जाती है, जांबाज सांप ने मछली पकड़ ली है, ये देखिए ये बवंडर आ गया है, सब कुछ दिखता है इनको, गड़े पै गए हैं, ये देखिए इस इंसान ने क्या कर डाला है, इस इंसान ने कूड़ा सड़क पे फेंक दिया, या कुछ भी लगा लो, कुछ भी छोटी छोटी बातें इनको दिखती हैं, ये देखते हैं और उसके लिए बोलते हैं, किल किल के बोलते हैं, जोर लगा के। पंजाबी में किल ना कहते हैं, वैसे जोर लगा के बोलते हैं एडी चोटी का। मगर इतने लाखों लोगों की जो दुर्दशा हो रखी है, यहाँ पे बैठे हैं बारिश में, ठंड में, वो नहीं दिखता। क्यों नहीं दिखता? बिके हुए हैं, आँखों के आगे नोट घूम रहे हैं भाई साहब। जब नोट घूमते हो ना तो आगे कुछ नहीं दिखाई देता, वो नोट ही घूमते हैं बस। जैसे नोट बुलाएगा वैसे वो बोलेंगे, पैसा फेक और तमाशा वेक, वो काम हो रखा अब मीडिया का, जो ये बिकाऊ मीडिया। ठीक है, कुछ जो चैनल हैं बिके हुए हैं, वो ये बोल रहे हैं, पूरा जोर लगा के बोलते हैं ये खालिस्तानी है, ये फलाना है, ये दिमका है। अरे यार खालिस्तानी कौन सी राइफल है हमारे पास? हमारे हाथों में क्या है भाई साहब? सब्जी वाली बाल्टी और प्रसादों वाला वो बोइया, वही है। इससे हम अगर आतंकवादी हो जाते हैं, इससे हम खालिस्तानी हो जाते हैं, तो हाँ हम हैं। लोगों की सेवा करने से अगर कोई इंसान बुरा बन जाता है तो हम करते हैं यार, हम बुरे हैं, हम आतंकवादी हैं। अगर रोटी खवाने के लिए आतंकवादी बोलोगे, किसी को खाना देना फ्री में या किसी की हेल्प करनी है उसको आप आतंकवादी बोलोगे तो है। हमने कोई हथियार नहीं रख रखे हैं, अगर इस चीज़ को आप आतंकवाद बोलते हैं तो हैं। मगर हाँ, हमने हिंसा की नहीं की, हमारे पास हथियार हैं नहीं है भाई। हम खाली हाथ बैठे हैं, हाथ में खाना लेकर बैठे हैं, मांगने नहीं आए, हम हक लेने आए हैं। आप हमारे हक हैं, ठीक है, वो लेने आए हैं। लेना अलग चीज़ होती है, मांगना अलग चीज़ होती है। मांगना किसी से मांगना होता है, उसकी चीज़ मांगनी होती है। ये हमारे हक हैं, हम लेके जाएंगे, ठीक है। और हम यहाँ पे देने आए हैं, किसी से मांगने नहीं आए। हम किसी को नहीं बोलते कि हमें सरकार या मोदी साहब यहाँ पे खाना देने आ जाएं। हम खाना उगाते हैं और देते हैं, देश को देते हैं, सभी देशों में देते हैं। ठीक है, जहाँ जहाँ किसान जाता है ना, वो घर छोड़ के किसी दूसरे मुल्क में जाता है, वहाँ पे भी काम करता है, तो वो वहाँ पे भी हमारी जो सिख कौम है वो दसवंध निकालती है, वहाँ पे भी लंगर चलते हैं। अमेरिका, कनाडा, कहीं पे भी देख लो, ये इन्होंने खालसा एड को आतंकवादी संस्था बोल दिया। ये देखो, इतने देशों में भूचाल आए, इतना कुछ हो गया, सुनामियाँ आ गई, जंग लग गए, वहाँ पे हम जाके खाना खिलाते हैं। हमारी ये संस्था खाना खिलाती है, ये सिख संस्था है, इसलिए इनको आतंकवादी या खालिस्तानी बोला जाता है। ठीक है, जब वहाँ पे जाके ये फ्री में खाना खिलाते हैं, कौन सा इन्होंने जंग छेड़ दिया? वहाँ पे जाके, वहाँ पे भी जाके सेवा करते हैं, यहाँ पे भी आके सेवा करते हैं। जब इधर अपने जो सुनामी आई थी तब भी इन्होंने लंगर लगाए थे यार, नेपाल में इन्होंने लंगर लगाए, सभी देशों में जहाँ जहाँ क्राइसिस हुए हैं इन्होंने लंगर लगाए हैं, तब तो ये बड़े अच्छे थे। आज सरकार जो 10-20 बंदों की सरकार है, जो बादशाही सरकार है, जब इस बादशाही सरकार पे आन पड़ी, जब लोगों को इन्होंने लंगर देना शुरू किया, वस्तुएं ज़रूरी देनी शुरू की, ठीक है, आंदोलन का साथ दिया, भी आम लोग हैं, इनको ये भूख ना मर के, भूख से ये परेशान ना हो, इसलिए उन्होंने लंगर लगाए, जूती कपड़ा ठंड का हर एक चीज़ दी। ठीक है, तो हम ये आतंकवादी हो गए, ये आम इंसानों की मदद कर दें तो आतंकवादी हो गया। ठीक है, कल को सरकार को कोई और आपदा आ जाए, कल को ये लंगर लगाएंगे, तब सरकार फिर क्या बोलेगी भाई? बोल दें उनको जिन्होंने चैनल खरीदे हैं, बोल दें उनको जिनसे फंड जेल हो रखी है, पर्चे हो रखे हैं, फिर भी ये नेता बन रखे हैं। ठीक है, हमारे लोगों ने बना दिए हैं, कोई बात नहीं, भी सुधर जाएंगे, सुधरने का मौका दो, ये नहीं सुधरते। अब तो मैं यही अपील करता हूँ भारतवासियों से कि आप चाहे किसी खेत में काम करने वाले मजदूर को प्रधानमंत्री बना दो, किसी खेती करने वाले किसान को बना दो, मंजूर है भाई साहब, मगर उसकी काबिलियत देखिए, उसमें ईमानदारी देखिए, उसकी एजुकेशन देखिए। ये जो वो होती है ना फ्रेम में पैक डिग्रियां, वो मत देखिए। ठीक है, उसको देखिए, उसका पिछला रिकॉर्ड देखिए, ये कैसे घर से है,
गरीब है, कोई दिक्कत नहीं, अच्छा तो है, डाकू तो नहीं है, झूठ बोलने वाला तो नहीं है, चोर तो नहीं है, बिकने वाला तो नहीं है, ऐसा देखिए फिर मंत्री बनाइए, फिर उसको वोट दीजिए, चाहे आम इंसान ही क्यों ना हो। और एक मैंने 1-2 लाइन लिखी थी, वो मैं बोल दूं अगर? बोलो जी। पंजाबी च, हाँ। पंजाबी। ਅੱਜ ਹਾਲਾਤ ਮਾੜੇ ਹੋ ਗਏ ਸਰਕਾਰਾਂ ਦੇ, ਸਾਡੇ ਵੱਲ ਨੂੰ ਮੂੰਹ ਹੋ ਗਏ ਹਥਿਆਰਾਂ ਦੇ, ਜੇ ਦਿਲ ਕਰਦਾ ਤਾਂ ਦਿਲੀਏ ਗੋਲੀ ਮਾਰ ਦੇਈਂ, ਜਾ ਕਾਲੇ ਕਾਨੂੰਨ ਤੂੰ ਹੱਥੀਂ ਪਾੜ ਦੇਈਂ, ਤੱਕ ਕੇ ਜਿਗਰਾ ਸਿਰ ਝੁਕਦਾ ਏ ਪਹਾੜਾਂ ਦਾ, ਤੱਕ ਕੇ ਜਿਗਰਾ ਸਿਰ ਝੁਕਦਾ ਏ ਪਹਾੜਾਂ ਦੇ, ਬਾਰਿਸ਼ ਠੰਡਾ ਲੰਘਣ ਉੱਤੋਂ ਸਰਦਾਰਾਂ ਦੇ, ਤੱਕ ਕੇ ਜਿਗਰੇ ਸਿਰ ਝੁਕਦੇ ਪਹਾੜਾਂ ਦੇ, ਬਾਰਿਸ਼ ਠੰਡਾ ਲੰਘਣ ਉੱਤੋਂ ਸਰਦਾਰਾਂ ਦੇ, ਜੇ ਹੱਕ ਮੰਗਣੇ ਨੇ ਗੁਨਾਹ ਤਾਂ ਸੂਲੀ ਝਾੜ ਦੇਈਂ, ਜੇ ਹੱਕ ਮੰਗਣੇ ਨੇ ਗੁਨਾਹ ਤਾਂ ਸੂਲੀ ਝਾੜ ਦੇਈਂ, ਜਾ ਕਾਲੇ ਕਾਨੂੰਨ ਤੂੰ ਦਿਲੀਏ ਪਾੜ ਦੇਈਂ, ਜਾ ਕਾਲੇ ਕਾਨੂੰਨ ਤੂੰ ਦਿਲੀਏ ਪਾੜ ਦੇਈਂ। ਸੋ ਇਹ ਸਨ ਤਸਵੀਰਾਂ ਬਿਲਕੁਲ ਜਿਹੜੀਆਂ NKN TV ਨੇ ਤੁਹਾਨੂੰ ਬਿਲਕੁਲ ਲਾਈਵ ਤਸਵੀਰਾਂ ਜਿਹੜੀਆਂ ਹੈਗੀਆਂ ਸੀ ਉਹ ਦਿਖਾਈਆਂ ਸਨ ਕਿ ਇੱਕ ਜਿਹੜੇ ਕਾਲੇ ਕਾਨੂੰਨ ਹੈਗੇ ਨੇ ਉਹ ਜਿਹੜਾ ਕਿਸਾਨਾਂ ਦਾ ਹੱਕ ਹੈਗਾ ਵਾ ਉਹ ਕਹਿੰਦੇ ਕਿ ਆਪਾਂ ਲੈ ਕੇ ਰਵਾਂਗੇ। ਸਾਡੀਆਂ ਦੁਆਵਾਂ ਨੇ ਕਿ ਇਹੋ ਜਿਹੇ ਜਿਹੜੇ ਕਿਸਾਨ ਵੀਰ ਨੇ ਇਹਨਾਂ ਨੂੰ ਤੱਤੀਆਂ ਹਵਾਵਾਂ ਜਿਹੜੀਆਂ ਹੈਗੀਆਂ ਨੇ ਉਹ ਵੀ ਨਾ ਲੱਗਣ। ਤੁਸੀਂ ਦੇਖਦੇ ਰਹੋ। ਕੈਮਰਾਮੈਨ ਜਗਰੂਪ ਦੇ ਨਾਲ ਸਨੀ ਸੋਹਤਾ ਦੀ ਖਾਸ ਰਿਪੋਰਟ।